ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਜਮਾਤ 7ਵੀਂ ਪੰਜਾਬੀ ਵਿਸ਼ੇ ਦੇ ਅੰਤਰਗਤ ਪਾਠ ਨੰਬਰ 20 ਕੁਲਫੀ ਕਹਾਣੀ ਪੜਾਂਗੇ, ਜਿਹੜੀ ਕਿ ਸੁਜਾਨ ਸਿੰਘ ਜੀਆਂ ਦੁਆਰਾ ਲਿਖੀ ਗਈ ਹੈ। ਬਹੁਤ ਹੀ ਮਾਰਮਿਕ ਕਹਾਣੀ ਹੈ ਤੇ ਕਿਸ ਤਰ੍ਹਾਂ ਘੱਟ ਆਮਦਨੀ ਦੇ ਵਿੱਚ ਇੱਕ ਆਦਮੀ ਨੂੰ ਆਪਣੇ ਅਰਮਾਨ ਮਾਰਨੇ ਪੈਂਦੇ ਹਨ ਤੇ ਕਿਸ ਪ੍ਰਕਾਰ ਉਸ ਨੂੰ ਆਪਣੇ ਬੱਚਿਆਂ ਦੀ ਛੋਟੀ ਛੋਟੀ ਖੁਸ਼ੀਆਂ ਨੂੰ ਕੁਚਲਣਾ ਪੈਂਦਾ ਹੈ ਜਾਂ ਫਿਰ ਕਿਸੇ ਦੇ ਅੱਗੇ ਹੱਥ ਪਸਾਰਨਾ ਪੈਂਦਾ ਹੈ। ਤਾਂ ਘੱਟ ਕਮਾਈ ਦੇ ਅੰਦਰ ਜ਼ਿੰਦਗੀ ਦੀ ਜੱਦੋ ਜਹਿਦ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਇਸ ਕਹਾਣੀ ਦੇ ਵਿੱਚ ਸਮਝਾਇਆ ਗਿਆ ਹੈ। ਆਓ ਪੜ੍ਹਦੇ ਹਾਂ ਕਹਾਣੀ। ਮਹੀਨਾ ਮੁੱਕਣ ਤੇ ਸੀ, ਪਰ ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ। ਮਤਲਬ ਮਹੀਨੇ ਦੇ ਆਖਰੀ ਦਿਨ ਚੱਲ ਰਹੇ ਸਨ, ਪਰ ਉਹ ਖਤਮ ਨਹੀਂ ਹੋ ਰਹੇ ਸਨ, ਕਿਉਂਕਿ ਜੇ ਮਹੀਨਾ ਖਤਮ ਹੁੰਦਾ ਉਦੋਂ ਹੀ ਤਾਂ ਤਨਖਾਹ ਆਣੀ ਸੀ। ਸੋਚ ਰਿਹਾ ਸਾਂ ਕਿ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਵਿੱਚ ਕਿਵੇਂ ਝਟਪਟ ਮੁੱਕ ਜਾਂਦੇ ਨੇ। ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉੱਡ ਪੁੱਡ ਜਾਂਦੀ ਹੈ। ਮੈਨੂੰ ਪੱਠੇ ਦੀ ਸੱਫ ਚੁੱਭ ਰਹੀ ਸੀ। ਇੱਥੇ ਪੱਠੇ ਮਤਲਬ ਘਾਹ, ਜੋ ਕੋਈ ਬਰਸੀਨ ਜਾਂ ਚਰੀ ਹੋ ਸਕਦਾ ਹੈ, ਤੇ ਸੱਫ ਉਹਦੇ ਨਾਲ ਜਿਹੜੇ ਕੰਡੇ ਹੁੰਦੇ ਛੋਟੇ ਛੋਟੇ ਉਹਨਾਂ ਦੀ ਗੱਲ ਕੀਤੀ ਜਾ ਰਹੀ ਹੈ। ਪਾਸਾ ਵੱਟ ਕੇ ਪਿੱਠ ਤੇ ਹੱਥ ਫੇਰਿਆ ਤਾਂ ਸੱਫ ਦੀਆਂ ਪੀੜੀਆਂ ਪਿੰਡੇ ਵਿੱਚ ਖੁੱਬੀਆਂ ਹੋਈਆਂ ਸਨ। ਉਹ ਜਿਹੜੇ ਬਰੀਕ ਬਰੀਕ ਜਿਹੇ ਕੰਡੇ ਹੁੰਦੇ ਆ ਸੱਫ ਦੇ, ਉਹ ਪਿੰਡੇ ਵਿੱਚ ਖੁੱਬੇ ਹੋਏ ਸਨ। ਮਲਾਈ ਵਾਲੀ ਕੁਲਫੀ, ਠੰਡੀ ਠਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ। ਉਸ ਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ। ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ। ਮਤਲਬ ਇੱਥੇ ਲੇਖਕ ਨੂੰ ਲੱਗਿਆ ਕਿ ਉਹੀ ਚਿੱਟੀ ਦੁੱਧ ਵਾਲੀ ਕੁਲਫੀ ਜਿਹੜੀ ਹੈ ਉਹਦੇ ਅੱਖਾਂ ਦੇ ਸਾਹਮਣੇ ਆ ਚੁੱਕੀ ਹੈ ਤੇ ਮੇਰੇ ਮੂੰਹ ਵਿੱਚ ਪਾਣੀ ਆ ਗਿਆ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਭੈੜੀ ਹੁੰਦੀ ਹੈ। ਮਤਲਬ ਪੈਸੇ ਦੀ ਤੰਗੀ ਜਿਹੜੀ ਹੈ ਉਹ ਜੇਲ੍ਹ ਦੀ ਤੰਗੀ ਨਾਲੋਂ ਵੀ ਭੈੜੀ ਹੁੰਦੀ ਹੈ। ਮੈਂ ਆਪਣੇ ਦਿਲ ਦੀ ਚਾਹ ਤੋਂ ਬਚਣ ਲਈ ਕੁਲਫੀ ਸ਼ਬਦ ਦੀ ਬਣਤਰ ਤੇ ਵਿਚਾਰ ਕਰਨ ਦੀ ਆੜ ਲੈ ਲਈ ਕਿ ਕੁਲਫੀ ਸ਼ਬਦ ਬਣਿਆ ਕਿਵੇਂ। ਇਹ ਸੋਚਣ ਲੱਗ ਪਿਆ ਲੇਖਕ, ਤਾਂ ਕਿ ਕੁਲਫੀ ਦੀ ਜਿਹੜੀ ਚਾਹ ਸੀ ਉਹ ਹਟ ਜਾਏ। ਕੁਫਲ ਦਾ ਅਰਥ ਜੰਦਰਾ, ਸੁਨਿਆਰਾਂ ਗਹਿਣਿਆਂ ਵਿੱਚ ਇਸ ਨੂੰ ਲਾ ਕੇ ਕੁਫਲ ਦੀ ਕੁਲਫੀ ਬਣਾ ਦਿੱਤੀ। ਜਿਹੜਾ ਕੁਫਲ ਸ਼ਬਦ ਹੈ ਇਸ ਦਾ ਅਰਥ ਹੁੰਦਾ ਜੰਦਰਾ ਜਾਂ ਤਾਲਾ। ਤੇ ਜਿਹੜੇ ਸੁਨਿਆਰ ਨੇ ਉਹ ਗਹਿਣਿਆਂ ਵਿੱਚ ਇਸ ਨੂੰ ਲਗਾਉਂਦੇ ਹੈ ਤੇ ਹੌਲੀ ਹੌਲੀ ਕੁਫਲ ਸ਼ਬਦ ਜਿਹੜਾ ਕੁਲਫੀ 'ਚ ਬਣ ਗਿਆ। ਕੁਲਫੀ ਨੂੰ ਵੀ ਟੀਨ ਦੇ ਸਾਂਚਿਆਂ ਵਿੱਚ ਬੰਦ ਕਰਕੇ ਜਮਾਇਆ ਜਾਂਦਾ ਹੈ, ਇਸ ਲਈ ਉਸ ਨੂੰ ਵੀ ਕੁਲਫੀ ਕਿਹਾ ਗਿਆ। ਤੇ ਇਦਾਂ ਹੌਲੀ ਹੌਲੀ ਪਤਾ ਨਹੀਂ ਕਦੋਂ ਨੀਂਦ ਨੇ ਮੇਰਾ ਕੁਲਫੀ ਤੋਂ ਛੁਟਕਾਰਾ ਕਰ ਦਿੱਤਾ, ਜਿਹੜਾ ਕੁਲਫੀ ਬਾਰੇ ਉਹ ਸੋਚ ਰਿਹਾ ਸੀ। ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੇ ਪੂਰੀ ਨਹੀਂ ਹੋਈ ਸੀ ਕਿ ਮੈਨੂੰ ਛੋਟੇ ਕਾਕੇ ਨੇ ਹਲੂਣ ਕੇ ਜਗਾ ਦਿੱਤਾ, ਮਤਲਬ ਹਿਲਾ ਕੇ ਜਗਾ ਦਿੱਤਾ। ਮੈਂ ਖਿਝਿਆ ਹੋਇਆ ਸੀ, ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ। ਦਾਜੀ, ਕਿੰਨੀਆਂ ਆਜਾ ਮਾਰੀਆਂ, ਜਾਗਦੇ ਹੀ ਨਹੀਂ ਤੁਸੀਂ। ਹਾਂ, ਤੂੰ ਕੀ ਕਹਿਣਾ, ਦੱਸ ਵੀ। ਮੈਂ ਕੁਝ ਕਾਲੇ ਪੈ ਕੇ ਪੁੱਛਿਆ। ਇੱਕ ਤੱਕਾ ਦਿਓ ਦਾਜੀ। ਪਰ ਟਕਾ ਮੇਰੇ ਕੋਲ ਤਾਂ ਨਹੀਂ ਹੈ। ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ। ਜੂਨ ਦੀ 26 ਤਰੀਕ ਸੀ। ਘਰ ਦਾ ਖਰਚ, ਬਾਜ਼ਾਰ ਦੀ ਉਧਾਰ ਦੀ ਸਾਖ ਮਸੀਂ ਤੁਰ ਰਿਹਾ ਸੀ। ਟਕਾ ਦਿਓ ਵੀ ਨਾ ਦਾਜੀ। ਬਾਹਰ ਮੁਰਮਰੇ ਵਾਲਾ ਉੱਚੀ ਆਵਾਜ਼ ਵਿੱਚ ਸਾਡੇ ਬੂਹੇ ਦੇ ਅੱਗੇ ਹੋਕੇ ਦੇ ਰਿਹਾ ਸੀ। ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ, ਕਾਕਾ ਤੂੰ ਟਕਾ ਕੀ ਕਰਨਾ ਹੈ? ਖੱਚਣਾ ਹੈ ਮੈਂ ਟਕਾ। ਹੋਰ ਕੀ ਕਰੀਦਾ ਟੱਕੇ ਨੂੰ? ਮੈਨੂੰ ਪਤਾ ਏ, ਪਹਿਲੀ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ, ਸਾਨੂੰ ਧੇਲਾ ਖਰਚਣ ਨੂੰ ਮਿਲਦਾ ਸੀ ਤੇ ਧੇਲੇ ਦੀ ਮਸੱਦੀ ਰਾਮ ਤੋਂ ਲਿਆਂਦੇ ਹੋਏ ਛੋਲੇ ਮੁੱਕਣ ਵਿੱਚ ਨਹੀਂ ਸਨ ਆਉਂਦੇ। ਹੁਣ ਆਨੇ ਦੇ ਵੀ ਓਨੇ ਛੋਲੇ ਨਹੀਂ ਮਿਲ ਸਕਦੇ ਤੇ ਆਮਦਨ ਮੇਰੇ ਪਿਤਾ ਜੀ ਦੀ ਆਮਦਨ ਦੇ ਪਾਸ਼ਕੂ ਵੀ ਨਹੀਂ ਸੀ। ਮਤਲਬ ਨਜ਼ਦੀਕ ਨਹੀਂ ਸੀ, ਪਿਤਾ ਜੀ ਦੀ ਆਮਦਨ ਜ਼ਿਆਦਾ ਸੀ। ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਦੀ ਪੜ੍ਹਾਈ ਤੋਂ ਕਈ ਗੁਣਾ ਵੱਧ ਸੀ। ਮੈਂ ਦੁਨੀਆ ਦੇ ਆਰਥਿਕ ਦਸ਼ਾ ਤੇ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਬਾਰੇ ਧੰਨ ਕੁਬੇਰ ਦੇ ਵਿਚਾਰ ਕਰਨ ਲੱਗ ਪਿਆ। ਬਾਹਰੋਂ ਫੇਰ ਮੁਰਮਰਾ ਛੋਲੇ ਦਾ ਹੋਕਾ ਗੂੰਜਿਆ ਤੇ ਨਾਲ ਹੀ ਕਾਕੇ ਨੇ ਆਖਿਆ, ਟਕਾ ਦਿਓ ਵੀ ਨਾ ਦਾਜੀ। ਟਕਾ ਭੈੜਾ ਹੁੰਦਾ ਹੈ, ਮੈਂ ਹਾਲਾਤ ਤੋਂ ਪੈਦਾ ਹੋਈ ਬਦਹਵਾਸੀ ਵਿੱਚ ਕਿਹਾ। ਟਕਾ ਵੀ ਕਦੇ ਭੈੜਾ ਹੁੰਦਾ ਦਾਜੀ? ਟਕੇ ਦਾ ਮੁਰਮਰਾ ਆਉਂਦਾ ਹੈ, ਮੁਰਮਰਾ ਭੈੜਾ ਹੁੰਦਾ ਹੈ? ਮੈਂ ਆਖਿਆ, ਮੁਰਮਰਾ ਭੈੜਾ ਹੁੰਦਾ ਹੈ। ਮੈਂ ਆਖਿਆ ਤੇ ਬਾਕੀ ਗੱਲ ਹਾਲੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ, ਮੁਰਮਰਾ ਤਾਂ ਮਿੱਠਾ ਹੁੰਦਾ ਹੈ। ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਮੈਂ ਵੀ ਮਿੱਠੇ ਦਾ ਲੋਭੀ ਸਾਂ
पर फिर भी अपनी फोकी हिकमत मतलब अपनी फोकी सियाणप जताउंदिਆਂ ਕਿਹਾ, ਮੁਰਮਰੇ ਨਾਲ ਖੰਘ ਲੱਗ ਜਾਂਦੀ ਹੈ ਬੱਚੂ, ਤੁਸੀਂ ਤਕਾ ਦੇ ਦਿਓ, ਮੈਨੂੰ ਨਹੀਂ ਲੱਗਦੀ ਖੰਘ। ਮੁੰਡਾ ਮੱਛਰ ਦਾ ਜਾਪਦਾ ਸੀ। ਟਕਾ ਮੇਰੇ ਕੋਲ ਹੈ ਨਹੀਂ ਸੀ। ਮੈਂ ਕਾਕੇ ਨੂੰ ਟਾਲਣ ਲਈ ਪਤਾ ਨਹੀਂ ਕਿਉਂ ਕਹਿ ਦਿੱਤਾ, ਖਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ, ਮੁਰਮਰਾ ਗੰਦਾ ਹੁੰਦਾ ਹੈ, ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ। ਮੁਰਮਰਾ ਛੋਲੇ ਵਾਲਾ ਹੁਣ ਟਲ ਚੁੱਕਾ ਸੀ। ਕਾਕਾ ਵੀ ਆਪਣੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣ ਲਈ ਮੰਨ ਗਿਆ। ਸਮਝਿਆ ਬਲਾ ਟਲੀ। ਮੈਂ ਸੋਚਿਆ ਕਿਤੇ ਕੋਈ ਛਾਬੜੀ ਵਾਲਾ ਨਾ ਆ ਜਾਵੇ, ਸੋ ਮੈਂ ਕੱਪੜੇ ਪਾ ਕੇ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕ ਤੇ ਸਮਾਂ ਕਤਲ ਕਰਦਾ ਰਿਹਾ, ਮਤਲਬ ਸਮਾਂ ਖਰਚ ਕਰਦਾ ਰਿਹਾ। ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ। ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰੇ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ, ਪਰ ਸੁਣੇਗਾ ਕੌਣ? ਅਕੇਲੇ ਦੀ ਆਵਾਜ਼ ਭਾਵੇਂ ਕਿੱਡੀ ਵੱਡੀ ਹੋਵੇ ਨਹੀਂ ਸੁਣੀ ਜਾਂਦੀ। ਲੋੜਵੰਦ ਇਕੱਠੇ ਹੋ ਨਹੀਂ ਸਕਦੇ ਤੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ, ਤਾਂ ਜੋ ਇਕੱਠੀ ਮੰਗ ਨਾ ਕਰਨ। ਇੱਥੇ ਲੇਖਕ ਦਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਉਹਦੇ ਦਫ਼ਤਰ ਦੇ ਵਿੱਚ ਕਾਮੇ ਨੇ ਉਹਦੇ ਵਰਗੇ ਹੋਰ, ਉਹਨਾਂ ਵਿੱਚ ਏਕਾ ਨਹੀਂ ਹੈ। ਜੇ ਉਹ ਏਕਾ ਕਰਨ ਦੀ ਸੋਚਦੇ ਨੇ ਤਾਂ ਉਹਨਾਂ ਨੂੰ ਕੋਈ ਇੱਕ ਰਹਿਣ ਨਹੀਂ ਦਿੰਦਾ। ਮੰਗ ਕੀਤਿਆਂ ਕਈ ਵਾਰੀ ਨੌਕਰੀ ਜਵਾਬ ਹੋ ਜਾਂਦਾ ਹੈ ਤੇ ਮੈਂ ਡਰ ਗਿਆ। ਹੁਣ ਲੇਖਕ ਨੂੰ ਇਹ ਵੀ ਡਰ ਹੋ ਗਿਆ ਕਿ ਕਿਤੇ ਉਹ ਬਈ ਤਨਖਾਹ ਦੀ ਗੱਲ ਕਰੇ ਤੇ ਨੌਕਰੀ ਤੋਂ ਨਾ ਕੱਢ ਦਿੱਤੀ ਜਾਵੇ। ਬੇਰੁਜ਼ਗਾਰੀ ਦੇ ਭਿਆਨਕ ਭਵਿੱਖਤ ਨੇ ਮੈਨੂੰ ਕੰਬਾ ਦਿੱਤਾ। ਕਾਇਰਾਂ ਵਾਂਗ ਮੈਂ ਸਦਾ ਚੁੱਪ ਰਿਹਾ ਹਾਂ ਤੇ ਹੁਣ ਵੀ ਚੁੱਪ ਰਿਹਾ ਸੀ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਹੀ ਕੀਤਾ। ਇੱਥੇ ਲੇਖਕ ਦੀ ਬਹੁਤ ਮਾਰਮਿਕ ਜਿਹੜੀ ਜੀਵਨ ਹੈ ਤੇ ਉਹਦੀ ਜੱਦੋ ਜਹਿਦ ਉਹ ਸਾਹਮਣੇ ਆ ਰਹੀ ਹੈ। ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੋ ਜਾਂਦਾ ਹੈ, ਮੈਂ ਦਬੀ ਪੈਰ ਘਰ ਪਹੁੰਚਿਆ। ਆਵਾਜ਼ ਨਾ ਮਾਰੀ, ਕੇਵਲ ਕੁੰਡਾ ਹੀ ਖੜਕਾਇਆ। ਉੱਤੋਂ ਹੀ ਆਵਾਜ਼ ਆਈ, ਦਾਜੀ ਆਇਆ ਜੇ। ਥੋੜੇ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲ੍ਹਿਆ ਤੇ ਕਾਕਾ ਜਿਸ ਦੀ ਉਡੀਕ ਕਰ ਸੀ ਲੇਖਕ ਨਹੀਂ ਆਏਗਾ, ਉਹ ਆ ਗਿਆ। ਦਾਜੀ ਕੁਲਫੀ ਖਾਣ ਜਾਣਾ ਜੇ? ਉਸਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ। ਉੱਤੇ ਚੱਲ ਉੱਤੇ, ਮੈਂ ਕਿਹਾ। ਕਾਕਾ ਨਿਮੋਜਨਾ ਜਿਹਾ ਹੋ ਕੇ ਅੱਗੇ ਲੱਗ ਤੁਰਿਆ। ਨਿਮੋਜਨਾ ਮਤਲਬ ਸ਼ਰਮਾ ਜੀ ਕੇ ਜਾਂ ਥੋੜਾ ਨੀਵਾਂ ਮਹਿਸੂਸ ਕਰਕੇ। ਮੰਜੇ ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ ਹੈ, ਕੁਲਫੀ ਕੱਲ ਖਾਵਾਂਗੇ। ਮਾਮੂਲ ਤੋਂ ਉਲਟ ਕਾਕਾ ਚੁੱਪ ਕਰ ਰਿਹਾ। ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ। ਫਿਰ ਆਖਣ ਲੱਗਾ, ਦਾਜੀ ਤਾਰੇ ਪਈਏ ਹੁੰਦੇ ਨੇ ਨਾ। ਵੱਡਾ ਭਾ ਆਖਦਾ ਸੀ, ਤਾਰੇ ਪਈਏ ਹੁੰਦੇ ਤੇ ਦਾਜੀ ਸਾਰੇ ਪਈਏ ਸਾਡੇ ਕੋਠੇ ਤੇ ਕਿਉਂ ਨਹੀਂ ਵਰ ਪੈਂਦੇ। ਇੱਥੇ ਰੁਪਈਆਂ ਦੀ ਗੱਲ ਹੋ ਰਹੀ ਹੈ। ਮੈਂ ਇਹ ਆਖ ਕੇ ਤਾਰੇ ਰੁਪਈਏ ਨਹੀਂ ਹੁੰਦੇ, ਮਾਨੋ ਉਸ ਦਾ ਸੁਰਗ ਹੀ ਢਾ ਦਿੱਤਾ। ਸੁਰਗ ਮਤਲਬ ਸਵਰਗ। ਇੱਥੇ ਸੁਰਗ ਦਾ ਮਤਲਬ ਕੀ ਹੈ? ਸਵਰਗ। ਵੀ ਉਸ ਦਾ ਸਵਰਗ ਹੀ ਗਵਾ ਦਿੱਤਾ ਇਹ ਕਹਿ ਕੇ ਕਿ ਤਾਰੇ ਰੁਪਈਏ ਨਹੀਂ ਹੁੰਦੇ। ਉਹ ਮੰਜੇ ਤੇ ਲੇਟ ਗਿਆ ਤੇ ਅਸਮਾਨ ਵੱਲ ਵੇਖਦਾ ਆਖਰ ਸੋ ਹੀ ਗਿਆ। ਦੂਜੇ ਦਿਨ ਕੰਮ ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ, ਪਰ ਹਿਆ ਨਹੀਂ ਸੀ ਪੈਂਦਾ। ਮੰਗਣਾ ਬਹੁਤ ਹੀ ਔਖਾ ਕੰਮ ਹੈ। ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ। ਆਖਰ ਇੱਕ ਸਾਥੀ ਕੋਲੋਂ 3 ਰੁਪਏ ਲੈ ਹੀ ਲਏ। ਝਟ ਘਰ ਆਇਆ। ਕਾਕਾ ਦੁਪਹਿਰ ਦੀ ਨੀਂਦ ਲੈ ਰਿਹਾ ਸੀ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ 3 ਰੁਪਏ ਮੁੱਛ ਲਏ। ਅੱਧ ਮਣ ਲੱਕੜੀਆਂ, ਸ਼ਾਮ ਦੀ ਸਬਜ਼ੀ, ਲੂਣ ਤੇਲ ਆਦਿ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ 3 ਰੁਪਏ ਮੁੱਕ ਗਏ। ਮੈਂ ਕਿਹਾ ਵੀ ਕਿ ਕਾਕੇ ਨੂੰ ਕੁਲਫੀ ਖਵਾਉਣੀ ਹੈ, ਪਰ ਉਹਨਾਂ ਕਹਿ ਛੱਡਿਆ, ਬੜਾ ਉਹਨੂੰ ਯਾਦ ਰਹਿਣਾ, ਮੈਂ ਟਕਾ ਦੇ ਕੇ ਛੱਡਾਂਗੀ ਮੁਰਮਰੇ ਲਈ। ਕਾਕੇ ਜਾਗਦਿਆਂ ਹੀ ਕੁਲਫੀ ਮੰਗੀ। ਚੀਕ ਚਿਹਾੜਾ ਪੈ ਗਿਆ। ਕੱਲ ਵਾਲਾ ਮੁਰਮਰਾ ਤੇ ਟਕਾ ਮਨਜ਼ੂਰ ਨਹੀਂ ਸੀ। ਆਖਿਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟਕਾ ਜਰਾ ਮੇਰੇ ਕੋਲੋਂ ਕਰਵਾ ਦਿੱਤਾ। ਸ਼ਾਮ ਨੂੰ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਢੇਰ ਰਾਤੀ ਗੁਜਰੀ ਮੁੜਿਆ। ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਆਇਆ। ਰੋਟੀ ਖਵਾਉਂਦਿਆਂ ਸ਼੍ਰੀਮਤੀ ਜੀ ਨੇ ਦੱਸਿਆ, ਕਾਕਾ ਬੜਾ ਚਿਰ ਮੈਨੂੰ ਉਡੀਕਦਾ ਰਿਹਾ ਸੀ। ਮੈਂ ਕਾਕੇ ਦੇ ਨਾਲ ਲੰਮਾ ਪਿਆ, ਬੜਾ ਬੇਚੈਨ ਰਿਹਾ, ਕਿਉਂਕਿ ਮਾਂ-ਬਾਪ ਜਦੋਂ ਬੱਚੇ ਦੀ ਕੋਈ ਉਮੀਦ ਨਹੀਂ ਪੂਰੀ ਕਰ ਪਾਉਂਦੇ ਤਾਂ ਬੱਚੇ ਤੋਂ ਵੱਧ ਕੇ ਮਾਂ-ਬਾਪ ਪਰੇਸ਼ਾਨ ਹੁੰਦੇ ਆ, ਬਹੁਤ ਦੁਖੀ ਹੁੰਦੇ ਆ। ਨੀਂਦ ਆਉਂਦੀ ਨਹੀਂ ਸੀ, ਪਰ ਆਖਰ ਪਤਾ ਨਹੀਂ ਕਦੋਂ ਆ ਗਈ। ਨੀਂਦ ਤੇ ਆਖਦੇ ਨੇ ਸੂਲਾਂ ਤੇ ਵੀ ਆ ਜਾਂਦੀ। ਸੂਲਾਂ ਮਤਲਬ ਬਹੁਤ ਤਿੱਖੇ ਕੰਡਿਆਂ ਤੇ। ਅੱਧੀ ਰਾਤ ਮਗਰੋਂ ਦਾ ਵੇਲਾ ਸੀ। ਕਾਕਾ ਸੁੱਤਾ ਬੇਚੈਨ ਜਾਪਦਾ ਸੀ।
ਤੇ ਉਸ 2-3 ਵਾਰੀ ਢਿੱਡ ਵਿੱਚ ਲੱਤਾਂ ਮਾਰੀਆਂ, ਮਤਲਬ ਬੱਚੇ ਨੇ ਲੱਤਾਂ ਮਾਰੀਆਂ। ਹੁਣ ਉਹ ਬਾਂਹ ਉਲਟ ਕੇ ਮੇਰੇ ਮੂੰਹ ਤੇ ਮਾਰੀ। ਜਾਗਿਆ ਤਾਂ ਮੈਂ ਅੱਗੇ ਹੀ ਹੋਇਆ ਸੀ, ਹੁਣ ਚਿਤਨ ਹੋ ਗਿਆ। ਕਾਕਾ ਕੁਝ ਬੁੜਬੁੜਾਇਆ, ਮੈਨੂੰ ਕੁਝ ਵੀ ਪਤਾ ਨਾ ਲੱਗਾ। ਫਿਰ ਉੱਚੀ ਬੁੜਬੁੜਾਇਆ, ਕੂਫੀ ਕੂਫੀ ਦਾਜੀ ਕੂਫੀ। ਮੈਂ ਬੇਹੱਬਲ ਹੋ ਉੱਠਿਆ। ਸਰਦਾਰ ਜੀ ਜਾਗਦੇ ਹੋ? ਸ਼੍ਰੀਮਤੀ ਨੇ ਆਖਿਆ। ਇਹ ਜਾਣ ਕੇ ਮੈਂ ਜਾਗਦਾ ਹਾਂ ਤੇ ਉਸ ਜਾਰੀ ਰੱਖਿਆ, ਖਸਮਾ ਖਾਣਾ ਸੁੱਤਾ ਪਿਆ ਵੀ ਕੁਲਫੀਆਂ ਮੰਗਦਾ ਹੈ। ਮੇਰੇ ਤੇ ਮਨ ਨੂੰ ਬਿਜਲੀ ਪੈ ਗਈ। ਮੈਂ ਚੁੱਪ ਰਿਹਾ, ਕਾਕਾ ਵੀ ਚੁੱਪ ਹੋ ਗਿਆ। ਸਵੇਰੇ ਜਾ ਕੇ ਕਾਕੇ ਕੁਲਫੀ ਦੀ ਮੰਗ ਕੋਈ ਨਾ ਕੀਤੀ। ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਹੀ ਮੈਥੋਂ ਕੁਝ ਨਾ ਮੰਗਿਆ। ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਵਿੱਚ ਲੇਟ ਗਿਆ। ਉਹ ਚੁੱਭਣ ਵਾਲੀ ਸੱਫ ਉੱਤੇ ਹਧਾਰ ਨਾ ਲੈ ਸਕਣ ਦੀ ਅਸਫਲਤਾ ਤੇ ਝੂਰਦਾ ਰਿਹਾ। ਫਿਰ ਮੈਨੂੰ ਨੀਂਦ ਆ ਗਈ। ਮੇਰੀ ਨੀਂਦ ਹਾਲੇ ਅਧਵੱਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੁੱਕਾ ਦਿੱਤਾ, ਠੰਡੀ ਠਾਰ ਕੁਲਫੀ, ਮਜ਼ੇਦਾਰ ਕੁਲਫੀ। ਮੈਂ ਜਾਗ ਪਿਆ। ਕਾਕੇ ਮੇਰੇ ਲਾਗੇ ਰਬੜ ਦੀ ਪਾਟੀ ਬੱਤਖ ਨਾਲ ਖੇਡ ਰਿਹਾ ਸੀ, ਮਤਲਬ ਰਬੜ ਨਾਲ ਬਣੀ ਹੋਈ। ਦੂਸਰੀ ਆਵਾਜ਼ ਉਸਦੇ ਕੰਨ ਖੜੇ ਹੋ ਗਏ। ਬੱਤਖ ਨੂੰ ਸੁੱਟ ਕੇ ਉਹ ਖੜਾ ਹੋ ਗਿਆ। ਬੂਹੇ ਲਾਗੇ ਜਾ ਕੇ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ। ਮੈਂ ਸੋਚਿਆ ਹੁਣ ਮੈਨੂੰ ਜਗਾਣ ਆਵੇਗਾ, ਪਰ ਉਹ ਉੱਥੇ ਹੀ ਖੜੋਤਾ ਰਿਹਾ। ਫਿਰ ਉਹ ਬਾਹਰ ਤੁਰ ਗਿਆ। ਛੋਪਲੀ ਉੱਠ ਕੇ ਬੂਹੇ ਓਲੇ ਆ ਖੜੋਤਾ। ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਕੱਢ ਕੇ ਦੇਣ ਦੇ ਆਹਾਰ ਵਿੱਚ ਸੀ ਕਿ ਸ਼ਾਹਾਂ ਦਾ ਲੜਕਾ ਆਏਗਾ ਤੇ ਉਹਨੂੰ ਕੁਲਫੀ ਦੇਵਾਂਗਾ। ਇਹ ਮੁੰਡਾ ਗਲੀ ਦਾ ਬੁਲੀ ਸੀ ਤੇ ਆਪਣਿਆਂ ਤੋਂ ਛੋਟੇ ਮੁੰਡਿਆਂ ਨੂੰ ਸਦਾ ਕੁੱਟਦਾ ਸੀ। ਇਹ ਕੋਈ 8 ਕੁ ਵਰਿਆਂ ਦਾ ਸੀ, ਮਤਲਬ ਸ਼ਾਹ ਦਾ ਮੁੰਡਾ, ਤੇ ਸਾਡੇ ਕਾਕੇ ਤੋਂ 3 ਕੁ ਸਾਲ ਵੱਡਾ ਸੀ, ਮਤਲਬ ਕਾਕਾ ਫਿਰ 5 ਸਾਲ ਦਾ ਹੋਇਆ। ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ, ਲੱਕ ਪਿੱਛੇ ਹੱਥ ਚੌੜੇ ਕਰਕੇ ਖੜਾ ਸੀ। ਕੁਲਫੀ ਵਾਲਾ ਗਊ ਨਾਲ ਦੇਖ ਰਿਹਾ ਸੀ, ਗਊ ਮਤਲਬ ਗੌਰ ਨਾਲ। ਪਰ ਉਹ ਭਾਈ ਕੋਲੋਂ ਕੁਲਫੀ ਨਹੀਂ ਮੰਗੀ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹ ਦੇ ਮੁੰਡੇ ਦੇ ਹੱਥ ਤੇ ਕੁਲਫੀ ਦੀ ਪਲੇਟ ਰੱਖੀ ਤਾਂ ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ, ਮਤਲਬ ਉਹਨੂੰ ਧੱਕਾ ਦੇ ਕੇ ਆਪ ਲੈ ਲਈ। ਉਹ ਗਈ ਪਲੇਟ, ਉਹ ਗਈ ਕੁਲਫੀ, ਫਲੂਦਾ ਤੇ ਚਮਚਾ, ਤੇ ਮੋਰੀ ਵਿੱਚ ਡਿੱਗਾ ਸ਼ਾਹ ਦਾ ਮੁੰਡਾ। ਕਿਸੇ ਜੇਤੂ ਵਾਂਗ ਕਾਕਾ ਉਸ ਦੇ ਵੱਲ ਦੇਖਦਾ ਰਿਹਾ। ਸ਼ਾਹ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ। ਕੁਲਫੀ ਦਾ ਨੁਕਸਾਨ ਤੇ ਆਪਣੀ ਹੇਠ ਉਸ ਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ। ਜਿਉਂ ਹੀ ਉਹ ਉੱਠਿਆ, ਕਾਕੇ ਨੇ ਫੇਰ ਉਸ ਨੂੰ ਇੱਕ ਐਸੀ ਢੁੱਡ ਮਾਰੀ ਕਿ ਉਹ ਫਿਰ ਮੋਰੀ ਵਿੱਚ ਜਾ ਪਿਆ ਤੇ ਚੀਕਾਂ ਮਾਰਨ ਲੱਗ ਪਿਆ। ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ। ਮੈਂ ਨੱਸ ਕੇ ਕਾਕੇ ਨੂੰ ਚੁੱਕ ਲਿਆ। ਕੁਲਫੀ ਵਾਲੇ ਨੇ ਸ਼ਾਹ ਦੇ ਮੁੰਡੇ ਨੂੰ ਉਠਾ ਲਿਆ। ਸ਼ਾਹਣੀ, ਜੋ ਕਿ ਕਿਸੇ ਦਾ ਕੋਈ ਉਲਾਂਭਾ ਨਹੀਂ ਸੀ ਸੁਣਦੀ, ਅੱਜ ਸਾਡੇ ਉਲਾਂਭਾ ਦੇਣ ਆਈ। ਕਾਕੇ ਦਾ ਸਰੀਰ ਭਖ ਰਿਹਾ ਸੀ। ਸ਼੍ਰੀਮਤੀ ਨੇ ਕਿਹਾ, ਆ ਖਸਮਾ ਖਾਣਿਆ, ਤੂੰ ਲੱਗੇ ਹੁਣੇ ਉਲਾਂਭੇ ਲਿਆਉਣ, ਤੂੰ ਮਾਰਨ ਲਈ ਚਪੇੜ ਉਗਾਰੀ। ਮੈਂ ਕਿਹਾ, ਕੁਝ ਵੰਡ ਸੁਦੈਣਾ, ਕਾਇਰ ਪਿਓ ਦਾ ਘਰ ਬਹਾਦਰ ਮੁੰਡਾ ਜੰਮਿਆ। ਮਤਲਬ ਇੱਥੇ ਲੇਖਕ ਤਾਂ ਕਾਇਰ ਹੈ, ਪਰ ਉਹਦੇ ਘਰ ਜਿਹੜਾ ਮੁੰਡਾ ਜੰਮਿਆ ਉਹ ਬਹੁਤ ਬਹਾਦਰ ਹੈ। ਤਾਂ ਇਸ ਪ੍ਰਕਾਰ ਦੇਖ ਲਓ ਕਿ ਕਿਸ ਤਰ੍ਹਾਂ ਇੱਕ ਬੱਚੇ ਦੀ ਕੁਲਫੀ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਲੇਖਕ ਕਿੰਨੇ ਪ੍ਰਕਾਰ ਦੇ ਪ੍ਰਪੰਚ ਵਿੱਚ ਫਸਿਆ ਰਿਹਾ ਤੇ ਪੂਰੀ ਕੋਸ਼ਿਸ਼ ਕਰਦਾ ਰਿਹਾ ਕਿ ਕਿਤੋਂ ਪੈਸੇ ਜੁੜ ਜਾਣ, ਲੇਕਿਨ ਨਹੀਂ ਜੁੜੇ। ਤਾਂ ਆਖਿਰਕਾਰ ਛੋਟਾ ਜਿਹਾ ਬੱਚਾ, 5 ਸਾਲਾਂ ਦਾ ਬੱਚਾ, ਕਿਸ ਪ੍ਰਕਾਰ ਕੋਸ਼ਿਸ਼ ਕਰਦਾ ਹੈ ਕਿ ਉਹ ਸ਼ਾਹ ਦੇ ਮੁੰਡੇ ਕੋਲੋਂ ਹੀ ਖੋ ਕੇ ਕੁਲਫੀ ਲੈ ਲਵੇ। ਇਸ ਪ੍ਰਕਾਰ ਹੁਣ ਅਸੀਂ ਅੱਗੇ ਵਧਦੇ ਹਾਂ ਤੇ ਬਹੁ ਵਿਕਲਪੀ ਪ੍ਰਸ਼ਨ ਕਰਦੇ ਹਾਂ। ਮੁਰਮਰੇ ਵਾਲਾ ਉੱਚੀ ਉੱਚੀ ਕਿੱਥੇ ਹੋ ਕੇ ਦੇ ਰਿਹਾ ਸੀ? ਬੂਹੇ ਅੱਗੇ। ਇਹਦਾ ਸਹੀ ਆਨਸਰ ਰਹੇਗਾ ਬੂਹੇ ਅੱਗੇ। ਉਸ ਤੋਂ ਬਾਅਦ ਹੈ, ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਨੇ ਕਿਸ ਨੂੰ ਡਰਾ ਦਿੱਤਾ? ਲੇਖਕ ਨੂੰ, ਕਿਉਂਕਿ ਲੇਖਕ ਡਰਦਾ ਸੀ ਕਿ ਕਿਤੇ ਮੈਂ ਤਨਖਾਹ ਵਧਾਉਣ ਦੀ ਗੱਲ ਕਰਾਂ ਤੇ ਮਾਲਕ ਮੈਨੂੰ ਨੌਕਰੀ ਤੋਂ ਨਾ ਕੱਢ ਦੇਣ। ਕਾਕਾ ਕਿਸ ਕੋਲ ਟੱਕਾ ਜਮ੍ਹਾਂ ਕਰਵਾਉਂਦਾ ਸੀ? ਦਾਰਜੀ ਕੋਲ। ਤਾਂ ਹੀ ਦਾਰਜੀ ਕਹਿੰਦਾ ਸੀ ਨਾ। ਉਸ ਤੋਂ ਬਾਅਦ ਹੈ, ਸ਼ਾਹ ਜੀ ਦਾ ਲੜਕਾ ਬੁਲੀ ਕਿੰਨੇ ਸਾਲਾਂ ਦਾ ਸੀ? ਤਾਂ ਇਸ ਦਾ ਸਹੀ ਆਨਸਰ ਹੈ 8 ਸਾਲਾਂ ਦਾ। ਉਸ ਤੋਂ ਬਾਅਦ ਹੈ ਖਾਲਿਸਤਾਨ। ਪਹਿਲਾ ਹੈ, ਚਿੱਟੀ ਦੁੱਧ ਕੁਲਫੀ ਸਾਕਾਰ ਮੇਰੀ ਅੱਖਾਂ ਸਾਹਮਣੇ ਡੈਸ਼ ਲੱਗੀ ਨੱਚਣ। ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਡੈਸ਼ ਕਰ ਦਿੱਤਾ ਸ਼ਾਂਤ। ਕਿਉਂਕਿ ਉਹ ਖਿਝਿਆ ਸੀ। ਕਿਉਂ ਖਿਝਿਆ ਸੀ? ਕਿਉਂਕਿ ਉਹ ਅੱਧੀ ਨੀਂਦ ਵਿੱਚ ਹੀ ਉੱਠਿਆ, ਪਰ ਕਾਕੇ ਦੀ ਆਵਾਜ਼ ਨੇ ਉਸਨੂੰ ਸ਼ਾਂਤ ਕਰ ਦਿੱਤਾ। ਇਹ ਬਿਲਕੁਲ ਸ਼ੁਰੂ ਵਿੱਚ ਦੀ ਗੱਲ ਹੈ। ਮੈਂ ਆਪਣੀ ਡੈਸ਼ ਹਿਕਮਤ ਜਤਾਉਂਦਿਆਂ ਕਿਹਾ, ਫੋਕੀ ਮਤਲਬ ਕੋਈ ਜਿਸ 'ਚ ਕੋਈ ਦਮ ਨਾ ਹੋਵੇ, ਇਹੋ ਜਿਹੀ ਸਿਆਣਪ। ਅਖੀਰ ਇੱਕ ਸਾਥੀ ਕੋਲੋਂ ਡੈਸ਼ ਰੁਪਏ ਲੈ ਹੀ ਲਏ, 3 ਰੁਪਏ। ਉਸਨੇ 2-3 ਵਾਰੀ ਡੈਸ਼
ਵਿੱਚ ਲੱਤਾਂ ਮਾਰੀਆਂ, ਢਿੱਡ ਵਿੱਚ ਜਦੋਂ ਸੋ ਰਿਹਾ ਸੀ। ਕਾਕਾ ਮੇਰੇ ਲਾਗੇ ਡੈਸ਼ ਦੀ ਪਾਟੀ ਬਤਖ ਨਾਲ ਖੇਡ ਰਿਹਾ ਸੀ, ਰਬੜ ਦੀ ਬਣੀ ਹੋਈ ਬਤਖ ਨਾਲ। ਉਸ ਤੋਂ ਬਾਅਦ ਠੀਕ ਗਲਤ, ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ, ਸਹੀ ਜਾਂ ਗਲਤ? ਇਸ ਦਾ ਆਨਸਰ ਸਹੀ ਹੈ। ਮੇਰੇ ਛੋਟੇ ਕਾਕੇ ਨੇ ਧੱਕਾ ਮਾਰ ਕੇ ਜਗਾ ਹੀ ਦਿੱਤਾ, ਧੱਕਾ ਨਹੀਂ ਮਾਰਿਆ ਸੀ, ਆਵਾਜ਼ਾਂ ਮਾਰੀਆਂ ਸਨ। ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ, ਇਹ ਸਹੀ ਹੈ। ਕੀਮਤੀ ਸਮਾਂ ਮੈਂ 1 ਟਕੇ ਦੀ ਮੰਗ ਤੋਂ ਬਚਣ ਲਈ ਬਚਾਉਂਦਾ ਰਿਹਾ ਸੀ, ਗਲਤ। ਰੋਟੀ ਖਵਾਉਂਦਿਆਂ ਸ਼੍ਰੀਮਤੀ ਨੇ 3 ਰੁਪਏ ਮੁੱਲ ਲਏ, ਮੁੱਲ ਨੇ ਨਹੀਂ, ਉਸ ਤੋਂ ਹੀ ਲੈ ਕੇ ਤੇ ਉਸ ਤੋਂ ਬਾਅਦ ਖਰਚ ਕਰਤੇ, ਇਹ ਗਲਤ ਹੈ। ਕੁਝ ਵੰਡ ਸੁਦੈਣਾ, ਕਾਇਰ ਪਿਓ ਦੇ ਘਰ ਕਾਇਰ ਮੁੰਡਾ ਜੰਮਿਆ, ਨਹੀਂ, ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ, ਇਸ ਲਈ ਇਹ ਗਲਤ ਹੈ। ਹੁਣ ਇਸ ਤੋਂ ਬਾਅਦ ਅਸੀਂ ਪ੍ਰਸ਼ਨ ਉੱਤਰ ਦੇਖਦੇ ਹਾਂ। ਕੁਫਲ ਦਾ ਕੀ ਅਰਥ ਹੈ? ਕੁਫਲ ਦਾ ਅਰਥ ਹੈ ਜੰਦਰਾ। ਲੇਖਕ ਕੜਕਦੀ ਧੁੱਪ ਵਿੱਚ ਬਾਹਰ ਕਿਉਂ ਨਿਕਲ ਗਿਆ? ਕਿਉਂਕਿ ਲੇਖਕ ਨੂੰ ਡਰ ਸੀ ਕਿਤੇ ਕੋਈ ਬਾਹਰ ਛਾਬੜੀ ਵਾਲਾ ਨਾ ਆ ਜਾਏ, ਜੇ ਛਾਬੜੀ ਵਾਲਾ ਆ ਗਿਆ ਤਾਂ ਕਾਕਾ ਮਰੁੰਡਾ ਛੋਲੇ ਲੈਣ ਦੀ ਜਿੱਦ ਕਰੇਗਾ, ਇਸ ਲਈ ਲੇਖਕ ਕੜਕਦੀ ਧੁੱਪ ਵਿੱਚ ਹੀ ਬਾਹਰ ਨਿਕਲ ਗਿਆ। ਲੇਖਕ ਆਪਣੇ ਮਾਲਕ ਕੋਲ ਤਨਖਾਹ ਵਧਾਉਣ ਦੀ ਗੱਲ ਕਿਉਂ ਨਹੀਂ ਕਰਦਾ ਸੀ? ਇੱਕ ਤਾਂ ਲੇਖਕ ਔਰ ਉਸਦੇ ਸਾਥੀਆਂ ਵਿੱਚ ਏਕਾ ਨਹੀਂ ਸੀ, ਦੂਸਰਾ ਉਸਨੂੰ ਡਰ ਸੀ ਕਿਤੇ ਉਸਦੀ ਨੌਕਰੀ ਨਾ ਚਲੀ ਜਾਵੇ। ਲੇਖਕ ਆਪਣੇ ਸਾਥੀ ਕੋਲੋਂ ਕਿਸ ਕੰਮ ਲਈ ਪੈਸੇ ਮੰਗਦਾ ਹੈ? ਆਪਣੇ ਕਾਕੇ ਨੂੰ ਕੁਲਫੀ ਖਵਾਉਣ ਲਈ ਪੈਸੇ ਮੰਗਦਾ ਹੈ, 3 ਰੁਪਏ। ਕੁਲਫੀ ਵਾਲਾ ਕਿਸ ਦੇ ਲੜਕੇ ਨੂੰ ਕੁਲਫੀ ਦੇਣ ਦਾ ਆਹਾਰ ਵਿੱਚ ਸੀ, ਮਤਲਬ ਇੰਤਜ਼ਾਰ ਵਿੱਚ ਸੀ। ਕੁਲਫੀ ਵਾਲਾ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਦੇਣ ਦੇ ਆਹਾਰ ਵਿੱਚ ਸੀ, ਇੰਤਜ਼ਾਰ ਵਿੱਚ ਸੀ। ਕਾਕਾ ਸ਼ਾਹ ਦੇ ਮੁੰਡੇ ਨੂੰ ਤੁਸ ਕੇ ਕਿਉਂ ਪੈ ਗਿਆ? ਕਾਕਾ ਕਈ ਦਿਨਾਂ ਤੋਂ ਕੁਲਫੀ ਖਾਣ ਦੀ ਇੱਛਾ ਕਰਦਾ ਸੀ। ਜਦੋਂ ਕੁਲਫੀ ਵਾਲੇ ਨੇ ਸ਼ਾਹ ਦੇ ਮੁੰਡੇ ਦੇ ਹੱਥ 'ਤੇ ਕੁਲਫੀ ਦੀ ਪਲੇਟ ਰੱਖੀ ਤਾਂ ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ। ਉਸ ਤੋਂ ਬਾਅਦ ਹੈ ਵਾਕਾਂ ਵਿੱਚ ਵਰਤੋਂ। ਹਵਾਲਾਤ, ਅਪਰਾਧੀ ਨੂੰ ਹਵਾਲਾਤ ਦੀ ਹਵਾ ਖਾਣੀ ਹੀ ਪੈਂਦੀ ਹੈ। ਛੁਟਕਾਰਾ, ਅਖੀਰ ਮੋਹਨ ਸਿੰਘ ਨੂੰ ਉਸਦੀ ਲੰਮੀ ਬਿਮਾਰੀ ਤੋਂ ਛੁਟਕਾਰਾ ਮਿਲ ਗਿਆ ਤੇ ਹੁਣ ਉਹ ਠੀਕ ਹੈ। ਖਿੱਜਿਆ, ਨੀਂਦ ਪੂਰੀ ਨਾ ਹੋਣ 'ਤੇ ਲੇਖਕ ਖਿੱਜਿਆ ਹੋਇਆ ਸੀ। ਫਿਰ ਹੈ ਆਮਦਨ, ਲੇਖਕ ਦੀ ਆਮਦਨ ਯਾਨੀ ਕਿ ਉਸਦੀ ਕਮਾਈ ਘੱਟ ਸੀ। ਹਿਕਮਤ, ਸਾਨੂੰ ਹਿਕਮਤ ਨਾਲ ਕੰਮ ਲੈਣਾ ਚਾਹੀਦਾ ਹੈ, ਉਹ ਵੀ ਸੱਚੀ ਹਿਕਮਤ ਨਾਲ। ਨਿਮੋਜਨਾ, ਉਧਾਰ ਮੰਗਣ ਲਈ ਲੇਖਕ ਨੂੰ ਨਿਮੋਜਨਾ ਮਤਲਬ ਥੋੜਾ ਨਿਮਨਾ ਹੋਣਾ ਪਿਆ। ਸੁਰਗ ਮਤਲਬ ਸਵਰਗ, ਹਰ ਕੋਈ ਸੁਰਗ ਜਾਣ ਦੀ ਇੱਛਾ ਰੱਖਦਾ ਹੈ। ਸੂਲਾਂ, ਤਿੱਖੀ ਕੰਡੇ, ਲੇਖਕ ਨੂੰ ਤੂੜੀ ਦੇ ਕੰਡੇ ਸੂਲਾਂ ਵਾਂਗ ਚੁੱਭ ਰਹੇ ਸਨ। ਮਜ਼ੇਦਾਰ, ਕੁਲਫੀ ਬੜੀ ਮਜ਼ੇਦਾਰ ਸੀ। ਤੁਸ, ਕਾਕਾ ਸਾਹਾਂ ਦੇ ਮੁੰਡੇ ਨੂੰ ਤੁਸ ਦੇ ਕੇ ਉਸਨੂੰ ਪੈ ਗਿਆ, ਧੱਕਾ ਦੇ ਕੇ ਉਸਨੂੰ ਪੈ ਗਿਆ। ਚੀਕਾ, ਮੋਹਨ ਸਿੰਘ ਲਹੂ ਦੇ ਵੇਖ ਕੇ ਚੀਕਾਂ ਮਾਰਨ ਲੱਗਿਆ। ਇਸ ਦੇ ਨਾਲ ਹੀ ਸਾਡੀ ਇਹ ਵੀਡੀਓ, ਸਾਡਾ ਪਾਠ ਪ੍ਰਸ਼ਨ ਉੱਤਰ ਸਭ ਪੂਰੇ ਹੁੰਦੇ ਹਨ। ਛੇਤੀ ਹੀ ਅਸੀਂ ਨੈਕਸਟ ਵੀਡੀਓ ਵਿੱਚ ਮਿਲਾਂਗੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਬਣੇ ਰਹਿਣ ਲਈ, ਸਾਡੀ ਵੀਡੀਓ ਦੇਖਣ ਲਈ, ਸਾਨੂੰ ਆਪਣਾ ਪਿਆਰ ਦੇਣ ਲਈ। ਥੈਂਕ ਯੂ ਸੋ ਮਚ। ਰੱਬ ਰਾਖਾ।